ਅੱਜ ਦੀ ਰਾਤ ਬਹੁਤ ਹੀ ਅਜੀਬ ਜਿਹੀ ਲੱਗ ਰਹੀ ਸੀ। ਪਤਾ ਨਹੀਂ ਕਿਉਂ ਮੇਰੇ ਮਨ ਨੂੰ ਡਰ ਜਿਹਾ ਲੱਗਿਆ ਹੋਇਆ ਸੀ। ਵੈਸੇ ਤਾਂ ਮੈਂ ਬਹੁਤ ਬਹਾਦਰ ਸੀ, ਕਿਸੇ ਗੱਲ ਤੋਂ ਡਰਦੀ ਨਹੀਂ ਸੀ। ਮੇਰੀ ਬਹਾਦਰੀ ਸਾਬਤ ਕਰਨ ਲਈ ਇਹ ਗੱਲ ਕਾਫੀ ਹੈ ਕਿ ਰੋਜ਼ ਰਾਤ ਨੂੰ ਮੇਰੀ ਡਿਊਟੀ ਹਸਪਤਾਲ ਦੇ ਮੁਰਦਾ ਘਾਟ ਦੇ ਬਾਹਰ ਹੁੰਦੀ ਸੀ। ਅੱਜ ਵੀ ਮੈਂ ਰੋਜ਼ ਦੀ ਤਰ੍ਹਾਂ ਡਿਊਟੀ ਕਰ ਰਹੀ ਸੀ ਕਿ ਮੈਂ ਦੇਖਿਆ ਕਿ ਇੱਕ ਸੀਨੀਅਰ ਡਾਕਟਰ ਮੁਰਦਾ ਘਾਟ ਦੀ ਤਰਫ ਇੱਕ ਲਾਸ਼ ਨੂੰ ਲੈ ਕੇ ਆ ਰਹੇ ਸਨ। ਮੈਂ ਉਸੀ ਲਾਸ਼ ਨੂੰ ਦੇਖ ਰਹੀ ਸੀ ਤੇ ਡਾਕਟਰ ਦੇ ਜਾਣ ਤੋਂ ਬਾਅਦ ਮੈਂ ਮੁਰਦਾ ਘਾਟ ਵਿੱਚ ਚਲੀ ਗਈ। ਮੈਂ ਇਸ ਨਵੀਂ ਆਈ ਲਾਸ਼ ਦੇ ਉੱਪਰੋਂ ਸਫੇਦ ਚਾਦਰ ਨੂੰ ਹਟਾ ਕੇ ਦੇਖਿਆ ਤਾਂ ਇਹ ਇੱਕ ਔਰਤ ਦੀ ਲਾਸ਼ ਸੀ। ਮੈਂ ਨਬਜ਼ ਦੀ ਜਾਂਚ ਕੀਤੀ ਤਾਂ ਉਹ ਬੰਦ ਸੀ। ਮੈਂ ਹਰ ਰੋਜ਼ ਇੰਨੀਆਂ ਲਾਸ਼ਾਂ ਦੇਖਦੀ ਸੀ, ਇਸ ਲਈ ਮੈਂ ਸਾਰੀਆਂ ਭਾਵਨਾਵਾਂ ਤੋਂ ਅਲੱਗ ਹੋ ਗਈ ਸੀ। ਹਰ ਰੋਜ਼ ਲਾਸ਼ਾਂ ਨੂੰ ਦੇਖਣਾ ਮੇਰੇ ਲਈ ਇੱਕ ਮਾਮੂਲੀ ਗੱਲ ਹੋ ਗਈ ਸੀ, ਪਰ ਪਤਾ ਨਹੀਂ ਕਿਉਂ ਇਸ ਔਰਤ ਨੂੰ ਦੇਖ ਕੇ ਮੇਰੇ ਦਿਲ ਨੂੰ ਦੁੱਖ ਹੋਇਆ। ਸ਼ਾਇਦ ਇਸ ਲਈ ਕਿ ਉਹ ਇੱਕ ਲਾਵਾਰਸ ਲਾਸ਼ ਸੀ ਜਾਂ ਫਿਰ ਹੋਰ ਕੀ, ਕੁਝ ਵੀ ਹੋਵੇ, ਪਰ ਮੈਨੂੰ ਉਸ ਔਰਤ ਦਾ ਚਿਹਰਾ ਦੇਖ ਕੇ ਲੱਗ ਰਿਹਾ ਸੀ ਕਿ ਉਹ ਬਹੁਤ ਹੀ ਸਤਾਈ ਹੋਈ ਔਰਤ ਸੀ। ਫਿਰ ਮੈਂ ਮੁਰਦਾ ਘਾਟ ਤੋਂ ਬਾਹਰ ਆ ਕੇ ਆਪਣੀ ਡਿਊਟੀ ਕਰਨ ਲੱਗੀ। ਕੁਝ ਸਮੇਂ ਬਾਅਦ ਇੱਕ ਖੁਸ਼ ਮਿਜ਼ਾਜ ਲੜਕਾ ਹਸਪਤਾਲ ਵਿੱਚ ਆਇਆ ਤੇ ਪੁੱਛਣ ਲੱਗਾ ਕਿ ਰੇਖਾ ਕਿੱਥੇ ਹੈ। ਰੇਖਾ ਉਸ ਲਾਸ਼ ਦਾ ਨਾਮ ਸੀ ਜਿਹੜੀ ਕਿ ਕੁਝ ਦੇਰ ਪਹਿਲਾਂ ਮੁਰਦਾ ਘਾਟ ਵਿੱਚ ਆਈ ਸੀ। ਮੈਂ ਕਿਹਾ ਡਾਕਟਰ ਉਸ ਨੂੰ ਬਚਾ ਨਹੀਂ ਸਕੇ। ਮੇਰੀ ਗੱਲ ਸੁਣ ਕੇ ਉਹ ਲੜਕਾ ਉੱਚੀ ਉੱਚੀ ਰੋਣ ਲੱਗਿਆ ਤੇ ਕਹਿਣ ਲੱਗਿਆ, ਮਾਰ ਦਿੱਤਾ, ਮੇਰੀ ਰੇਖਾ ਨੂੰ ਉਹਨਾਂ ਨੇ ਮਾਰ ਦਿੱਤਾ। ਮੈਂ ਉਸ ਨੂੰ ਪੁੱਛਿਆ ਕਿ ਕਿਹਨਾਂ ਨੇ, ਤਾਂ ਉਹ ਲੜਕਾ ਕਹਿਣ ਲੱਗਿਆ ਕਿ ਰੇਖਾ ਮੇਰੀ ਪਤਨੀ ਸੀ, ਅਸੀਂ ਦੋਨਾਂ ਨੇ ਘਰ ਤੋਂ ਭੱਜ ਕੇ ਵਿਆਹ ਕੀਤਾ ਸੀ। ਉਸ ਦੇ ਮਾਤਾ ਪਿਤਾ ਬਹੁਤ ਜ਼ਮੀਨ ਜਾਇਦਾਦ ਵਾਲੇ ਸਨ, ਉਹਨਾਂ ਨੂੰ ਸਾਡਾ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ। ਉਹ ਮੇਰੀ ਪਤਨੀ ਨੂੰ ਮਿਲਣ ਦੇ ਬਹਾਨੇ ਵਾਪਸ ਲੈ ਗਏ ਤੇ ਉਸ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਮੈਂ ਹੈਰਾਨੀ ਨਾਲ ਉਸ ਲੜਕੇ ਵੱਲ ਦੇਖ ਰਹੀ ਸੀ। ਉਸ ਦੀਆਂ ਅੱਖਾਂ 'ਚੋਂ ਗਿਰ ਰਹੇ ਹੰਝੂ ਉਸ ਦੀ ਇਮਾਨਦਾਰੀ ਦੇ ਸਬੂਤ ਸਨ। ਉਹ ਲੜਕਾ ਮੇਰੇ ਪੈਰਾਂ ਵਿੱਚ ਡਿੱਗ ਕੇ ਰੋਣ ਲੱਗਿਆ ਤੇ ਕਹਿਣ ਲੱਗਿਆ ਕਿ ਉਸ ਦੇ ਮਾਤਾ ਪਿਤਾ ਤਾਂ ਇਸ ਨੂੰ ਲਾਵਾਰਿਸ ਕਹਿ ਕੇ ਛੱਡ ਗਏ ਹਨ, ਪਰ ਮੈਂ ਅਜਿਹਾ ਨਹੀਂ ਕਰਾਂਗਾ। ਉਸ ਦਾ ਅੰਤਿਮ ਸੰਸਕਾਰ ਮੈਂ ਖੁਦ ਕਰਾਂਗਾ। ਤੁਸੀਂ ਮੈਨੂੰ ਇਸ ਲਾਸ਼ ਨੂੰ ਲੈ ਜਾਣ ਦਿਓ। ਮੈਂ ਦੁਵਿਧਾ ਵਿੱਚ ਪੈ ਗਈ, ਪਰ ਮੇਰਾ ਦਿਲ ਸੋਚ ਰਿਹਾ ਸੀ ਕਿ ਜਦੋਂ ਇਸ ਔਰਤ ਦਾ ਪਤੀ ਮੌਜੂਦ ਹੈ ਤਾਂ ਫਿਰ ਮੈਂ ਕਿਉਂ ਇਸ ਔਰਤ ਨੂੰ ਲਾਵਾਰਸ ਦੀ ਤਰ੍ਹਾਂ ਸੰਸਕਾਰ ਹੋਣ ਦੇਵਾਂ। ਮੈਂ ਉਸ ਨੂੰ ਹੌਸਲਾ ਦਿੱਤਾ ਤੇ ਖੁਦ ਡਾਕਟਰ ਦੇ ਕੈਬਿਨ ਵਿੱਚ ਜਾ ਕੇ ਡਾਕਟਰ ਨੂੰ ਸਾਰੀ ਗੱਲ ਦੱਸੀ ਤਾਂ ਡਾਕਟਰ ਕਹਿਣ ਲੱਗੇ, ਹਾਂ ਠੀਕ ਹੈ, ਲੈ ਜਾਣ ਦਿਓ ਉਸ ਨੂੰ ਲਾਸ਼। ਆਪਾਂ ਇੱਕ ਲਾਵਾਰਿਸ ਲਾਸ਼ ਨੂੰ ਰੱਖ ਕੇ ਕਰਨਾ ਵੀ ਕੀ ਹੈ। ਫਿਰ ਉਹ ਮੇਰੇ ਨਾਲ ਬਾਹਰ ਆਏ ਤੇ ਉਸ ਲੜਕੇ ਨਾਲ ਗੱਲਬਾਤ ਕੀਤੀ। ਡਾਕਟਰ ਸਾਹਿਬ ਨੇ ਹਸਪਤਾਲ ਦੇ ਕਰਮਚਾਰੀਆਂ ਨੂੰ ਦੱਸੇ ਬਿਨਾਂ ਬਹੁਤ ਗੁਪਤ ਤਰੀਕੇ ਨਾਲ ਉਸ ਨੂੰ ਉਹ ਲਾਸ਼ ਦੇ ਦਿੱਤੀ। ਲੜਕੇ ਦੇ ਜਾਣ ਤੋਂ ਬਾਅਦ ਡਾਕਟਰ ਸਾਹਿਬ ਮੇਰੇ ਕੰਨ ਵਿੱਚ ਬੋਲੇ ਕਿ ਆਪਣਾ ਮੂੰਹ ਬੰਦ ਰੱਖੀ, ਇਸ ਰਾਜ ਨੂੰ ਰਾਜ ਹੀ ਰੱਖੀ। ਤੂੰ ਜਿੰਨਾ ਪੈਸਾ ਮੰਗੇਂਗੀ ਮੈਂ ਤੈਨੂੰ ਦੇ ਦੇਵਾਂਗਾ। ਮੈਂ ਨਹੀਂ ਚਾਹੁੰਦਾ ਕਿ ਇਸ ਉਦਾਰਤਾ ਦੇ ਬਦਲੇ ਵਿੱਚ ਮੇਰੀ ਨੌਕਰੀ ਜਾਂ ਇਹ ਹਸਪਤਾਲ ਖਤਰੇ ਵਿੱਚ ਪਵੇ। ਮੈਂ ਬਹੁਤ ਹੀ ਹੈਰਾਨ ਹੋ ਗਈ ਸੀ। ਇੱਕ ਪਾਸੇ ਤਾਂ ਮੈਨੂੰ ਪੈਸਿਆਂ ਦੀ ਜ਼ਰੂਰਤ ਸੀ ਤੇ ਦੂਜੇ ਪਾਸੇ ਜਵਾਨ ਸੰਸਾਰਿਕ ਔਰਤ। ਪਰ ਮੈਂ ਆਪਣੇ ਮਨ ਦੀ ਗੱਲ ਸੁਣੀ ਤੇ ਡਾਕਟਰ ਨੂੰ ਕਿਹਾ ਕਿ ਡਾਕਟਰ ਸਾਹਿਬ, ਜੇ ਮੈਂ ਪੈਸੇ ਲੈ ਲਏ ਤਾਂ ਇਸ ਭਲਾਈ ਦਾ ਈਮਾਨ ਖੋ ਬੈਠਾਂਗੀ। ਇਸ ਔਰਤ ਦਾ ਰਾਜ ਹੀ ਰਹੇਗਾ। ਡਾਕਟਰ ਸਾਹਿਬ ਮੁਸਕਰਾ ਕੇ ਆਪਣੇ ਕੈਬਨ ਵਿੱਚ ਵਾਪਸ ਚਲੇ ਗਏ। ਇਸ ਘਟਨਾ ਤੋਂ ਬਾਅਦ ਸਭ ਕੁਝ ਸਮਾਨ ਰੂਪ ਵਿੱਚ ਚੱਲਦਾ ਰਿਹਾ। ਮੇਰਾ ਦਿਲ ਵੀ ਸੰਤੁਸ਼ਟ ਸੀ, ਪਰ ਦੂਜੇ ਦਿਨ ਪਤਾ ਨਹੀਂ ਕਿਉਂ ਮੇਰੇ ਦਿਲ ਨੂੰ ਘਬਰਾਹਟ ਹੋਣ ਲੱਗੀ ਸੀ। ਰਹਿ ਕੇ ਮੇਰੀਆਂ ਅੱਖਾਂ ਦੇ ਸਾਹਮਣੇ ਰੇਖਾ ਦਾ ਉਹ ਕੁਚਲਿਆ ਹੋਇਆ ਚਿਹਰਾ ਘੁੰਮ ਰਿਹਾ ਸੀ। ਮੈਨੂੰ ਅਹਿਸਾਸ ਹੋਣ ਲੱਗਿਆ ਸੀ ਕਿ ਕਿਤੇ ਮੈਂ ਕੋਈ ਗਲਤੀ ਤਾਂ ਨਹੀਂ ਕੀਤੀ, ਕਿ ਉਹ ਲੜਕਾ ਸੱਚਮੁੱਚ ਹੀ ਉਸ ਦਾ ਪਤੀ ਸੀ ਜਾਂ ਫਿਰ ਕੋਈ ਧੋਖੇਬਾਜ਼ ਸੀ। ਅੱਜ ਕੱਲ੍ਹ ਤਾਂ ਲੋਕ ਮੁਰਦਿਆਂ ਦੇ ਕਫਨ ਵੀ ਚੁਰਾ ਲੈਂਦੇ ਹਨ। ਫਿਰ ਉਹ ਤਾਂ ਇੱਕ ਜਵਾਨ ਔਰਤ ਸੀ, ਕੀ ਪਤਾ ਉਹ ਲੜਕਾ ਉਸ ਦੀ ਕਿਡਨੀ ਵਗੈਰਾ ਕੱਢ ਕੇ ਵੇਚਣਾ ਚਾਹੁੰਦਾ ਹੋਵੇ। ਫਿਰ ਉਹ ਲੜਕੀ ਲਾਵਾਰਿਸ ਵੀ ਸੀ। ਇਸ ਨਾਲ ਤਾਂ ਉਸ ਦਾ ਕੰਮ ਹੋਰ ਵੀ ਆਸਾਨ ਹੋ ਗਿਆ ਹੋਵੇਗਾ। ਮੇਰਾ ਦਿਲ ਅਜੀਬ ਗੱਲਾਂ ਤੋਂ ਘਬਰਾਉਣ ਲੱਗਿਆ ਸੀ। ਮੇਰੇ ਦਿਲ ਨੂੰ ਚੈਨ ਨਹੀਂ ਸੀ। ਮੈਂ ਇਹ ਫੈਸਲਾ ਕਰ ਲਿਆ ਸੀ ਕਿ ਉਸ ਲੜਕੇ ਨੂੰ ਮੈਂ ਮਿਲਾਂਗੀ ਤੇ ਉਸ ਤੋਂ ਸੱਚਾਈ ਦਾ ਪਤਾ ਕਰਕੇ ਰਹਾਂਗੀ। ਮੇਰੇ ਕੋਲ ਤਾਂ ਉਸ ਲੜਕੇ ਦਾ ਕੋਈ ਅਤਾ ਪਤਾ ਵੀ ਨਹੀਂ ਸੀ, ਪਰ ਉਸ ਲਾਸ਼ ਦੀ ਚਿੰਤਾ ਮੈਨੂੰ ਚੈਨ ਨਾਲ ਬੈਠਣ ਨਹੀਂ ਦੇ ਰਹੀ ਸੀ। ਇੱਕ ਦਿਨ ਮੈਂ ਫੈਸਲਾ ਕੀਤਾ ਕਿ ਮੈਂ ਉਸ ਲੜਕੇ ਦਾ ਪਤਾ ਲਗਾ ਕੇ ਹੀ ਰਹਾਂਗੀ। ਇਸ ਫੈਸਲੇ ਨੇ ਤਾਂ ਮੇਰੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ ਸੀ। ਹੋਇਆ ਇਹ ਸੀ ਕਿ ਮੈਂ ਸਿੱਧਾ ਹੀ ਡਾਕਟਰ ਸਾਹਿਬ ਦੇ ਕੈਬਿਨ ਵਿੱਚ ਚਲੇ ਗਈ
ਤੇ ਕਿਹਾ, ਡਾਕਟਰ ਸਾਹਿਬ ਤੁਸੀਂ ਕਿਹਾ ਸੀ ਕਿ ਮੈਂ ਇਸ ਰਾਜ ਨੂੰ ਰਾਜ ਹੀ ਰੱਖਾਂ ਤਾਂ ਤੁਸੀਂ ਮੈਨੂੰ ਮੂੰਹ ਮੰਗਿਆ ਇਨਾਮ ਦੇਵੋਗੇ। ਡਾਕਟਰ ਸਾਹਿਬ ਨੇ ਕਿਹਾ ਕਿ ਹਾਂ, ਮੈਂ ਹੁਣ ਵੀ ਇਸ ਗੱਲ ਤੇ ਕਾਇਮ ਹਾਂ। ਜਦ ਮੈਂ ਡਾਕਟਰ ਸਾਹਿਬ ਦੀ ਗੱਲ ਸੁਣੀ ਤਾਂ ਮੇਰਾ ਹੌਸਲਾ ਵਧਿਆ। ਮੈਂ ਕਿਹਾ, ਡਾਕਟਰ ਸਾਹਿਬ ਮੈਂ ਉਸ ਔਰਤ ਨੂੰ ਲੈ ਕੇ ਬਹੁਤ ਚਿੰਤਿਤ ਹਾਂ। ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਆਪਾਂ ਨੇ ਕੁਝ ਗਲਤ ਤਾਂ ਨਹੀਂ ਕਰ ਦਿੱਤਾ, ਇਸ ਲਈ ਮੈਂ ਉਸ ਲੜਕੇ ਨੂੰ ਮਿਲਣਾ ਚਾਹੁੰਦੀ ਹਾਂ। ਮੈਂ ਉਸਦੇ ਘਰ ਜਾ ਕੇ ਆਪਣੀਆਂ ਅੱਖਾਂ ਨਾਲ ਦੇਖਣਾ ਚਾਹੁੰਦੀ ਹਾਂ ਕਿ ਕੀ ਸੱਚਮੁੱਚ ਹੀ ਉਹ ਉਸ ਦੀ ਪਤਨੀ ਸੀ। ਡਾਕਟਰ ਸਾਹਿਬ ਨੇ ਬਿਨਾਂ ਕੁਝ ਪੁੱਛੇ ਹੀ ਮੈਨੂੰ ਇੱਕ ਕਾਗਜ਼ 'ਤੇ ਉਸਦਾ ਪਤਾ ਲਿਖ ਕੇ ਦੇ ਦਿੱਤਾ। ਮੈਂ ਉਹਨਾਂ ਦਾ ਧੰਨਵਾਦ ਕੀਤਾ ਤੇ ਉੱਥੋਂ ਚਲੇ ਗਈ। ਮੇਰੇ ਦਿਲ ਨੂੰ ਥੋੜ੍ਹੀ ਰਾਹਤ ਮਿਲੀ। ਫਿਰ ਮੈਂ ਆਪਣੀ ਰਾਤ ਦੀ ਡਿਊਟੀ ਪੂਰੀ ਕਰਕੇ ਘਰ ਚਲੀ ਗਈ, ਥੋੜ੍ਹਾ ਆਰਾਮ ਕੀਤਾ ਤੇ ਫਿਰ ਉਸ ਪਤੇ ਨੂੰ ਲੈ ਕੇ ਸਫ਼ਰ ਪਰ ਨਿਕਲ ਪਈ ਸੀ। ਮੈਨੂੰ ਨਹੀਂ ਪਤਾ ਸੀ ਕਿ ਇਹ ਸਫ਼ਰ ਮੈਨੂੰ ਕਿਸੇ ਦੇ ਭਰੋਸਾ ਨਾ ਕਰਨ ਦਾ ਸਬਕ ਸਿਖਾਵੇਗਾ। ਮੈਂ ਉਸ ਪਤੇ 'ਤੇ ਪਹੁੰਚ ਕੇ ਉਸ ਘਰ ਨੂੰ ਲੱਭ ਲਿਆ ਸੀ। ਫਿਰ ਉਸ ਘਰ ਦਾ ਦਰਵਾਜ਼ਾ ਖੜਕਾਇਆ। ਜਦੋਂ ਦਰਵਾਜ਼ਾ ਖੁੱਲ੍ਹਿਆ ਤਾਂ ਮੇਰੇ ਹੋਸ਼ ਉੱਡ ਗਏ, ਕਿਉਂਕਿ ਦਰਵਾਜ਼ਾ ਖੋਲ੍ਹਣ ਵਾਲਾ ਕੋਈ ਹੋਰ ਨਹੀਂ ਸੀ, ਸਗੋਂ ਖੁਦ ਰੇਖਾ ਸੀ। ਇੱਕ ਮੁਰਦਾ ਲੜਕੀ ਜਿਸ ਦੀ ਲਾਸ਼ ਉਸਦਾ ਪਤੀ ਅੰਤਮ ਸੰਸਕਾਰ ਕਰਨ ਲਈ ਲੈ ਗਿਆ ਸੀ, ਉਹ ਦਰਵਾਜ਼ੇ 'ਤੇ ਖੜੀ ਸੀ। ਮੈਨੂੰ ਤਾਂ ਦੇਖ ਕੇ ਹੀ ਚੱਕਰ ਆ ਰਹੇ ਸਨ। ਮੈਂ ਨਾ ਇੱਧਰ ਦੇਖਿਆ ਨਾ ਉੱਧਰ। ਮੈਂ ਜਿਸ ਰਿਕਸ਼ੇ ਵਿੱਚ ਆਈ ਸੀ ਉਸੀ ਰਿਕਸ਼ੇ ਵਿੱਚ ਵਾਪਸ ਚਲੀ ਗਈ। ਮੇਰਾ ਪੂਰਾ ਸਰੀਰ ਕੰਬ ਰਿਹਾ ਸੀ। ਮੈਨੂੰ ਬਹੁਤ ਡਰ ਲੱਗ ਰਿਹਾ ਸੀ। ਮੈਨੂੰ ਲੱਗਿਆ ਕਿ ਮੇਰੀਆਂ ਅੱਖਾਂ ਨੇ ਸ਼ਾਇਦ ਧੋਖਾ ਖਾਇਆ ਹੋਵੇਗਾ, ਪਰ ਫਿਰ ਵੀ ਇੱਕ ਮੁਰਦਾ ਲੜਕੀ ਨੂੰ ਆਪਣੇ ਲਈ ਦਰਵਾਜ਼ਾ ਖੋਲ੍ਹਦੇ ਹੋਏ ਦੇਖਣਾ ਕੋਈ ਆਮ ਗੱਲ ਨਹੀਂ ਸੀ। ਮੇਰੇ ਦਿਮਾਗ ਵਿੱਚ ਇੱਕ ਅਜੀਬ ਤਰੀਕੇ ਦਾ ਡਰ ਬੈਠ ਚੁੱਕਿਆ ਸੀ। ਡਰ ਦੀ ਵਜ੍ਹਾ ਨਾਲ ਮੈਨੂੰ ਬੁਖਾਰ ਹੋ ਗਿਆ ਤੇ ਮੈਂ 3 ਦਿਨ ਬੁਖਾਰ ਨਾਲ ਤਪਦੀ ਰਹੀ। ਪਰ ਜਦ ਬੁਖਾਰ ਕੁਝ ਘੱਟ ਹੋਇਆ ਤਾਂ ਮੈਨੂੰ ਫਿਰ ਤੋਂ ਰੇਖਾ ਦਾ ਖਿਆਲ ਸਤਾਉਣ ਲੱਗਿਆ ਸੀ। ਜਿਹੜਾ ਕੁਝ ਮੇਰੀਆਂ ਅੱਖਾਂ ਨੇ ਦੇਖਿਆ ਸੀ ਉਸ 'ਤੇ ਮੇਰਾ ਮਨ ਵਿਸ਼ਵਾਸ ਨਹੀਂ ਕਰ ਰਿਹਾ ਸੀ। ਸਿਰਫ ਮੈਂ ਆਪਣੀ ਬੇਚੈਨੀ ਨੂੰ ਦੂਰ ਕਰਨ ਲਈ ਇੱਕ ਵਾਰ ਫਿਰ ਤੋਂ ਉਸਦੇ ਘਰ ਜਾਣ ਦਾ ਇਰਾਦਾ ਕਰ ਲਿਆ। ਮੈਂ ਸੋਚ ਲਿਆ ਸੀ ਕਿ ਹੁਣ ਮੈਂ ਪੂਰੀ ਸੱਚਾਈ ਜਾਣ ਕੇ ਸਾਹ ਲਵਾਂਗੀ। ਜਦ ਮੈਂ ਪੂਰੀ ਤਰੀਕੇ ਨਾਲ ਠੀਕ ਹੋ ਗਈ ਤਾਂ ਮੈਂ ਫੇਰ ਉਸੇ ਪਤੇ 'ਤੇ ਪਹੁੰਚ ਗਈ। ਇੱਕ ਵਾਰ ਫੇਰ ਰੇਖਾ ਨੇ ਹੀ ਦਰਵਾਜ਼ਾ ਖੋਲ੍ਹਿਆ। ਸ਼ਾਇਦ ਉਸਨੇ ਮੇਰੇ ਚਿਹਰੇ 'ਤੇ ਡਰ ਦੇ ਅਹਿਸਾਸ ਨੂੰ ਪਹਿਚਾਣ ਲਿਆ ਸੀ, ਇਸ ਲਈ ਉਹ ਬੋਲੀ ਕਿ ਆਂਟੀ ਅੰਦਰ ਆ ਜਾਓ, ਘਬਰਾਓ ਨਹੀਂ, ਮੈਂ ਅਜੇ ਜਿੰਦਾ ਹੀ ਹਾਂ। ਸ਼ਾਇਦ ਮੈਂ ਤੁਹਾਡੀਆਂ ਪਰੇਸ਼ਾਨੀਆਂ ਕੁਝ ਘੱਟ ਕਰ ਸਕਾਂ। ਮੈਂ ਉਸਦੇ ਨਾਲ ਘਰ ਅੰਦਰ ਚਲੇ ਗਈ। ਘਰ ਵਿੱਚ ਹਰ ਪਾਸੇ ਸન્ਨਾਟਾ ਛਾਇਆ ਹੋਇਆ ਸੀ। ਮੈਂ ਉਸਨੂੰ ਪੁੱਛਿਆ ਕਿ ਰੇਖਾ ਬੇਟਾ ਤੂੰ ਤਾਂ ਮਰ ਚੁੱਕੀ ਸੀ ਨਾ, ਤੇ ਤੇਰਾ ਪਤੀ ਕਿੱਥੇ ਹੈ, ਕਿਤੇ ਦਿਖਾਈ ਨਹੀਂ ਦੇ ਰਿਹਾ। ਉਹ ਕਹਿਣ ਲੱਗੀ, ਆਂਟੀ ਮੈਂ ਕਿੱਥੇ ਮਰੀ ਸੀ, ਮਰਿਆ ਤਾਂ ਮੇਰਾ ਪਤੀ ਸੀ। ਉਸ ਨੂੰ ਮਰੇ ਹੋਏ ਤਾਂ 8 ਮਹੀਨੇ ਹੋ ਚੁੱਕੇ ਹਨ। ਰੇਖਾ ਦੀਆਂ ਗੱਲਾਂ ਸੁਣ ਕੇ ਤਾਂ ਮੈਂ ਦੰਗ ਰਹਿ ਗਈ। ਮੈਂ ਉਸਨੂੰ ਕਿਹਾ ਕਿ ਬੇਟਾ ਗੱਲ ਨੂੰ ਉਲਝਾ ਨਾ, ਮੈਨੂੰ ਦੱਸ ਤੂੰ ਕੌਣ ਹੈ ਤੇ ਇਹ ਸਾਰਾ ਕੀ ਮਾਜਰਾ ਹੈ। ਤਾਂ ਉਹ ਕਹਿਣ ਲੱਗੀ ਕਿ ਆਂਟੀ ਮੈਂ ਇੱਕ ਮਿਡਲ ਕਲਾਸ ਲੜਕੀ ਹਾਂ ਤੇ ਅਸੀਂ 3 ਭੈਣਾਂ ਸੀ। ਮੈਂ ਸਭ ਤੋਂ ਵੱਡੀ ਸੀ। ਸਾਡੇ ਘਰ ਵਿੱਚ ਕਦੇ 2 ਵਕਤ ਦੀ ਰੋਟੀ ਮਿਲਣੀ ਵੀ ਮੁਸ਼ਕਲ ਹੋ ਜਾਂਦੀ ਸੀ। ਇਸੇ ਲਈ ਮੇਰੇ ਮਾਂ-ਬਾਪ ਜਲਦੀ ਤੋਂ ਜਲਦੀ ਬੇਟੀਆਂ ਦੀ ਜ਼ਿੰਮੇਵਾਰੀ ਤੋਂ ਆਜ਼ਾਦ ਹੋਣਾ ਚਾਹੁੰਦੇ ਸਨ। ਮੇਰਾ ਰਿਸ਼ਤਾ ਬਚਪਨ ਵਿੱਚ ਹੀ ਮੇਰੇ ਪਿਤਾ ਜੀ ਦੇ ਦੋਸਤ ਦੇ ਮੁੰਡੇ ਰਾਹੁਲ ਨਾਲ ਤੈਅ ਕਰ ਦਿੱਤਾ ਗਿਆ ਸੀ, ਜਿਸ ਦੀ ਵਜ੍ਹਾ ਨਾਲ ਸਾਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਸੀ। 1 ਮਹੀਨੇ ਬਾਅਦ ਹੀ ਸਾਡਾ ਵਿਆਹ ਹੋਣ ਵਾਲਾ ਸੀ, ਪਰ ਸ਼ਾਇਦ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਮੈਂ ਆਪਣੀ ਮਾਂ ਦੇ ਨਾਲ ਕਿਸੇ ਰਿਸ਼ਤੇਦਾਰ ਦੇ ਵਿਆਹ ਵਿੱਚ ਗਈ ਸੀ। ਉੱਥੇ ਮੈਨੂੰ ਇੱਕ ਬੜੇ ਜ਼ਿਮੀਂਦਾਰ ਦੇ ਮੁੰਡੇ ਨੇ ਪਸੰਦ ਕਰ ਲਿਆ ਸੀ। 1 ਹੀ ਹਫ਼ਤੇ ਬਾਅਦ ਮੇਰਾ ਰਿਸ਼ਤਾ ਆ ਗਿਆ ਸੀ, ਪਰ ਮੈਂ ਸਾਫ਼ ਮਨਾ ਕਰ ਦਿੱਤਾ। ਪਰ ਇੰਨੇ ਵੱਡੇ ਜ਼ਿਮੀਂਦਾਰ ਦਾ ਸਾਡੇ ਗਰੀਬਾਂ ਦੇ ਘਰ ਆਉਣਾ ਕੋਈ ਮਾਮੂਲੀ ਗੱਲ ਨਹੀਂ ਸੀ। ਮੇਰੇ ਪਿਤਾ ਜੀ ਤਾਂ ਉਹਨਾਂ ਦੇ ਸਾਹਮਣੇ ਝੁਕਦੇ ਹੀ ਜਾ ਰਹੇ ਸੀ, ਪਰ ਮੇਰੇ ਪਿਤਾ ਜੀ ਨੇ ਉਹਨਾਂ ਨੂੰ ਇਹ ਦੱਸ ਦਿੱਤਾ ਸੀ ਕਿ ਮੇਰਾ ਰਿਸ਼ਤਾ ਉਹਨਾਂ ਦੇ ਦੋਸਤ ਦੇ ਬੇਟੇ ਨਾਲ ਤੈਅ ਹੋਇਆ ਹੈ। ਜੇ ਅਸੀਂ ਤੁਹਾਡੇ ਨਾਲ ਰਿਸ਼ਤਾ ਜੋੜ ਲਿਆ ਤਾਂ ਮੇਰੇ ਦੋਸਤ ਨਾਲ ਸਾਡਾ ਰਿਸ਼ਤਾ ਵਿਗੜ ਜਾਵੇਗਾ। ਇਸ ਦੇ ਬਦਲੇ ਸਾਨੂੰ ਕੁਝ ਤਾਂ ਮਿਲਣਾ ਚਾਹੀਦਾ ਹੈ। ਤੇ ਇਸ ਤਰ੍ਹਾਂ ਮੇਰੇ ਪਿਤਾ ਜੀ ਨੇ ਮੈਨੂੰ 50 ਲੱਖ ਰੁਪਏ ਵਿੱਚ ਵੇਚ ਦਿੱਤਾ ਸੀ। ਮੇਰੀ ਬਰਾਤ ਦੇ ਸਮੇਂ ਮੇਰੇ ਪਿਤਾ ਜੀ ਨੇ ਮੇਰੇ ਸਿਰ 'ਤੇ ਹੱਥ ਰੱਖਿਆ ਤੇ ਕਹਿਣ ਲੱਗੇ, ਰੇਖਾ ਪੁੱਤ, ਤੇਰੀ ਵਜ੍ਹਾ ਨਾਲ ਤੇਰੀਆਂ 2 ਭੈਣਾਂ ਦੇ ਰਿਸ਼ਤੇ ਵੀ ਚੰਗੇ ਘਰਾਂ ਵਿੱਚ ਹੋ ਜਾਣਗੇ ਤੇ ਸਾਡੇ ਘਰ ਵਿੱਚੋਂ ਗਰੀਬੀ ਵੀ ਚਲੇ ਜਾਵੇਗੀ। ਮੈਂ ਕੁਝ ਨਹੀਂ ਬੋਲੀ। ਇਸ ਤਰ੍ਹਾਂ ਮੈਂ ਵਿਆਹ ਕਰਾ ਕੇ ਜ਼ਿਮੀਂਦਾਰਾਂ ਦੇ ਘਰ ਆ ਗਈ ਤੇ ਆਪਣੇ ਰਿਸ਼ਤਿਆਂ ਤੋਂ ਸਦਾ ਲਈ ਅਲੱਗ ਹੋ ਗਈ, ਕਿਉਂਕਿ ਉਹਨਾਂ ਨੇ ਪਿਤਾ ਜੀ ਨੂੰ 50 ਲੱਖ ਰੁਪਏ ਦਿੰਦੇ ਹੋਏ ਇਹ ਸ਼ਰਤ ਰੱਖੀ ਸੀ ਕਿ ਅੱਜ ਤੋਂ ਬਾਅਦ ਨਾ ਤੁਸੀਂ ਰੇਖਾ ਨੂੰ ਮਿਲਣ ਆਓਗੇ ਤੇ ਨਾ ਰੇਖਾ ਤੁਹਾਨੂੰ ਮਿਲਣ ਜਾਵੇਗੀ।
ਇੰਨੀ ਗੱਲ ਕਹਿੰਦੀ ਹੋਈ ਰੇਖਾ ਰੋਣ ਲੱਗੀ। ਮੈਂ ਉਸ ਨੂੰ ਦਿਲਾਸਾ ਦੇ ਦੇ ਕੇ ਚੁੱਪ ਕਰਾਇਆ ਸੀ। ਜਦੋਂ ਥੋੜ੍ਹੀ ਸੰਭਲ ਗਈ ਤਾਂ ਮੈਂ ਉੱਠ ਕੇ ਆਪਣੇ ਘਰ ਵਾਪਸ ਆ ਗਈ। ਮੈਨੂੰ ਰੇਖਾ ਨਾਲ ਹਮਦਰਦੀ ਮਹਿਸੂਸ ਹੋ ਰਹੀ ਸੀ, ਪਰ ਮੈਂ ਕਰ ਵੀ ਕੀ ਸਕਦੀ ਸੀ। ਮੈਂ ਅਕਸਰ ਹੀ ਉਸ ਲਈ ਪ੍ਰਾਰਥਨਾ ਕਰਦੀ ਸੀ। ਇੱਕ ਦਿਨ ਮੈਨੂੰ ਅਚਾਨਕ ਯਾਦ ਆਇਆ ਕਿ ਰੇਖਾ ਨੇ ਮੈਨੂੰ ਆਪਣੇ ਵਿਆਹ ਦੇ ਬਾਰੇ ਤਾਂ ਦੱਸਿਆ ਸੀ, ਪਰ ਆਪਣੇ ਪਤੀ ਦੇ ਬਾਰੇ ਤੇ ਆਪਣੀ ਮੌਤ ਦੇ ਬਾਰੇ ਤਾਂ ਕੁਝ ਦੱਸਿਆ ਹੀ ਨਹੀਂ। ਮੈਂ ਵੀ ਕਿੰਨੀ ਪਾਗਲ ਸੀ। ਰੇਖਾ ਦੇ ਹੰਝੂ ਦੇਖ ਕੇ ਪਿਘਲ ਗਈ ਤੇ ਪੂਰੀ ਗੱਲ ਜਾਣੇ ਬਿਨਾਂ ਹੀ ਘਰ ਵਾਪਸ ਆ ਗਈ ਸੀ। ਮੇਰੇ ਦਿਲ ਨੂੰ ਬਹੁਤ ਦੁੱਖ ਹੋਇਆ ਸੀ। ਮੈਂ ਕਿੰਨੀ ਮਦਦ ਕੀਤੀ ਸੀ ਉਸ ਦੀ, ਪਰ ਫਿਰ ਵੀ ਉਹ ਮੈਨੂੰ ਸੱਚਾਈ ਦੱਸਣ ਤੋਂ ਬਚ ਰਹੀ ਸੀ। ਪਰ ਜੋ ਵੀ ਸੀ, ਮੈਂ ਮਨ ਹੀ ਮਨ ਸੋਚ ਲਿਆ ਸੀ ਕਿ ਮੈਂ ਇੱਕ ਵਾਰ ਫਿਰ ਤੋਂ ਉਸ ਦੇ ਘਰ ਜਾਵਾਂਗੀ ਤੇ ਸੱਚਾਈ ਜਾਣ ਕੇ ਹੀ ਰਹਾਂਗੀ। ਮੈਂ ਬਿਨਾਂ ਸੋਚੇ ਸਮਝੇ ਰਿਕਸ਼ਾ ਲੱਤੀ ਤੇ ਉਸ ਦੇ ਘਰ ਪਹੁੰਚ ਗਈ। ਪਰ ਮੈਨੂੰ ਵੱਡਾ ਝਟਕਾ ਲੱਗਿਆ ਜਦੋਂ ਮੈਂ ਉਸ ਦੇ ਘਰ ਦੇ ਦਰਵਾਜ਼ੇ 'ਤੇ ਤਾਲਾ ਲੱਗਿਆ ਹੋਇਆ ਦੇਖਿਆ। ਮੈਂ ਮਨ ਹੀ ਮਨ ਸੋਚਣ ਲੱਗੀ ਕਿ ਹੁਣ ਰੇਖਾ ਤੇ ਉਸ ਦੀ ਮੌਤ ਦਾ ਰਾਜ ਹੀ ਰਹੇਗਾ। ਮੈਨੂੰ ਨਹੀਂ ਪਤਾ ਸੀ ਕਿ ਅੱਗੇ ਕੀ ਹੋਣ ਵਾਲਾ ਹੈ। ਜਦ ਮੈਂ ਨਿਰਾਸ਼ ਹੋ ਕੇ ਘਰ ਵਾਪਸ ਆਈ ਤਾਂ ਮੇਰੀ ਹੈਰਾਨੀ ਦੀ ਕੋਈ ਹੱਦ ਨਹੀਂ ਸੀ, ਕਿਉਂਕਿ ਮੇਰੇ ਘਰ ਦੇ ਦਰਵਾਜ਼ੇ ਦੇ ਸਾਹਮਣੇ ਰੇਖਾ ਖੜੀ ਸੀ। ਮੈਂ ਦਰਵਾਜ਼ਾ ਖੋਲ੍ਹਿਆ ਤੇ ਉਸ ਨੂੰ ਅੰਦਰ ਲੈ ਆਈ। ਮੈਂ ਉਸ ਨੂੰ ਪਾਣੀ ਪਿਲਾਇਆ ਤੇ ਉਸ ਨੂੰ ਪੁੱਛਿਆ ਕਿ ਤੂੰ ਇੱਥੇ ਕਿਵੇਂ ਪਹੁੰਚੀ। ਤਾਂ ਉਹ ਕਹਿਣ ਲੱਗੀ ਕਿ ਉਹ ਆਦਮੀ ਜੋ ਮੈਨੂੰ ਹਸਪਤਾਲ ਲੈ ਕੇ ਗਿਆ ਸੀ, ਉਸੀ ਨੇ ਮੈਨੂੰ ਡਾਕਟਰ ਤੋਂ ਤੁਹਾਡਾ ਪਤਾ ਲੈ ਕੇ ਦਿੱਤਾ ਹੈ। ਮੈਂ ਕਿਹਾ ਉਹ ਤਾਂ ਸਭ ਠੀਕ ਹੈ, ਪਰ ਤੂੰ ਮੈਨੂੰ ਐਵੇਂ ਦੱਸ ਕਿ ਤੂੰ ਇੱਥੇ ਕੀ ਕਰਨ ਆਈ ਹੈ। ਉਹ ਕਹਿਣ ਲੱਗੀ ਕਿ ਮੈਨੂੰ ਰਹਿਣ ਲਈ ਟਿਕਾਣਾ ਚਾਹੀਦਾ ਹੈ। ਮੈਂ ਉਸ ਨੂੰ ਹਾਂ ਕਰ ਦਿੱਤੀ ਸੀ ਤੇ ਪੁੱਛਿਆ ਕਿ ਤੂੰ ਮੈਨੂੰ ਆਪਣੀ ਜ਼ਿੰਦਗੀ ਦੀ ਪੂਰੀ ਸੱਚਾਈ ਦੱਸ। ਉਹ ਰੋਂਦੀ ਰੋਂਦੀ ਮੈਨੂੰ ਆਪਣੀ ਸੱਚਾਈ ਦੱਸਣ ਲੱਗੀ। ਉਹ ਕਹਿਣ ਲੱਗੀ ਕਿ ਮੇਰਾ ਵਿਆਹ ਜ਼ਿਮੀਂਦਾਰਾਂ ਦੇ ਮੁੰਡੇ ਨਾਲ ਹੋ ਗਿਆ ਸੀ, ਜਿਹੜਾ ਮੈਂ ਕੌੜਾ ਘੁੱਟ ਸਮਝ ਕੇ ਪੀ ਲਿਆ ਸੀ ਤੇ ਉਸ ਨੂੰ ਆਪਣੇ ਦਿਲ ਤੋਂ ਪਤੀ ਸਵੀਕਾਰ ਕਰ ਲਿਆ ਸੀ। ਪਰ ਕਿਸਮਤ ਨੇ ਮੇਰੇ ਨਾਲ ਨਾਇਨਸਾਫੀ ਕੀਤੀ ਸੀ। ਮੇਰੇ ਵਿਆਹ ਨੂੰ ਅਜੇ 1 ਹਫ਼ਤਾ ਹੀ ਹੋਇਆ ਸੀ ਕਿ ਮੇਰੇ ਪਤੀ ਨੂੰ ਦੁਸ਼ਮਣ ਦੀ ਗੋਲੀ ਲੱਗਣ ਨਾਲ ਉਹ ਮੈਨੂੰ ਹਮੇਸ਼ਾ ਲਈ ਛੱਡ ਕੇ ਚਲੇ ਗਏ ਸੀ। ਹੁਣ ਸਸੁਰਾਲ ਮੇਰੇ ਲਈ ਜੇਲ੍ਹ ਬਣ ਗਿਆ ਸੀ। ਹਰ ਕੋਈ ਮੈਨੂੰ ਮਨਹੂਸ ਕਹਿੰਦਾ ਸੀ। ਮੇਰੀ ਸੱਸ ਮੇਰੇ 'ਤੇ ਜ਼ੁਲਮ ਕਰਨ ਲੱਗੀ ਸੀ। ਮੇਰੇ ਨਾਲ ਇੱਕ ਨੌਕਰਾਣੀ ਤੋਂ ਵੀ ਬਦਤਰ ਸਲੂਕ ਕੀਤਾ ਜਾਂਦਾ ਸੀ। 1 ਮਹੀਨੇ ਬਾਅਦ ਜਦ ਮੇਰੇ ਮਾਤਾ ਪਿਤਾ ਮੈਨੂੰ ਲੈਣ ਆਏ ਤਾਂ ਜ਼ਿਮੀਂਦਾਰ ਸਾਹਿਬ ਨੇ ਉਹਨਾਂ ਦਾ ਅਪਮਾਨ ਕਰਕੇ ਘਰ ਤੋਂ ਕੱਢ ਦਿੱਤਾ। ਉਹ ਕਹਿਣ ਲੱਗੇ, ਤੁਸੀਂ ਤਾਂ ਆਪਣੀ ਕੁੜੀ ਨੂੰ 50 ਲੱਖ ਰੁਪਏ 'ਚ ਵੇਚ ਦਿੱਤਾ ਸੀ, ਤਾਂ ਹੁਣ ਇੱਥੇ ਕੀ ਕਰਨ ਆਏ ਹੋ। ਮੇਰੇ ਮਾਤਾ ਪਿਤਾ ਨਿਰਾਸ਼ ਹੋ ਕੇ ਵਾਪਸ ਚਲੇ ਗਏ। ਇਸ ਜੇਲ੍ਹ ਵਿੱਚ ਮੇਰੀ ਜ਼ਿੰਦਗੀ ਦਿਨ ਪਰ ਦਿਨ ਕਠਿਨ ਹੁੰਦੀ ਜਾ ਰਹੀ ਸੀ। ਇਹਨਾਂ ਦਿਨਾਂ ਵਿੱਚ ਹੀ ਮੇਰੀ ਸੱਸ ਨੂੰ ਦਿਲ ਦਾ ਦੌਰਾ ਪੈ ਗਿਆ। ਉਸ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਮੈਂ ਹੀ ਉਸ ਦੀ ਸੇਵਾ ਕਰਦੀ ਸੀ, ਇਸ ਲਈ ਰੋਜ਼ ਮੈਂ ਡਰਾਈਵਰ ਨਾਲ ਹਸਪਤਾਲ ਤੋਂ ਘਰ ਤੇ ਘਰ ਤੋਂ ਹਸਪਤਾਲ ਆਇਆ ਜਾਇਆ ਕਰਦੀ ਸੀ। ਇੱਕ ਦਿਨ ਡਰਾਈਵਰ ਕਹਿਣ ਲੱਗਿਆ ਕਿ ਉਹ ਮੈਨੂੰ ਪਸੰਦ ਕਰਦਾ ਹੈ। ਮੈਨੂੰ ਉਸ ਦੀ ਗੱਲ ਬਿਲਕੁਲ ਵੀ ਚੰਗੀ ਨਹੀਂ ਲੱਗੀ ਸੀ। ਮੈਂ ਉਸ ਨੂੰ ਧਮਕੀ ਦਿੱਤੀ ਕਿ ਮੈਂ ਜ਼ਿਮੀਂਦਾਰ ਸਾਹਿਬ ਨੂੰ ਸਭ ਦੱਸ ਦੇਵਾਂਗੀ। ਉਹ ਕਹਿਣ ਲੱਗਿਆ ਕਿ ਉਹ ਤੇਰੀ ਗੱਲ ਦਾ ਵਿਸ਼ਵਾਸ ਨਹੀਂ ਕਰਨਗੇ। ਮੈਂ ਚੁੱਪ ਹੋ ਗਈ ਸੀ। ਫਿਰ ਉਹ ਡਰਾਈਵਰ ਅਕਸਰ ਹੀ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਰਹਿੰਦਾ ਸੀ, ਪਰ ਮੈਂ ਉਸ ਦੇ ਬਾਰੇ ਕਦੇ ਵੀ ਨਹੀਂ ਸੋਚਿਆ ਸੀ। ਹੁਣ ਹਾਲਾਤ ਬਦਲ ਚੁੱਕੇ ਸਨ। ਜ਼ਿਮੀਂਦਾਰ ਸਾਹਿਬ ਦਾ ਛੋਟਾ ਬੇਟਾ ਵੀ ਮੇਰੇ ਉੱਤੇ ਨਜ਼ਰ ਗੜਾਈ ਬੈਠਾ ਸੀ। ਜਦ ਉਸ ਦੀਆਂ ਨਜ਼ਰਾਂ ਦਾ ਗੰਦਾਪਣ ਮੇਰੇ ਸਾਹਮਣੇ ਆਇਆ ਤਾਂ ਮੈਨੂੰ ਲੱਗਿਆ ਕਿ ਮੈਂ ਤਾਂ ਬੁਰੀ ਤਰ੍ਹਾਂ ਫਸ ਗਈ ਹਾਂ। ਉੱਥੇ ਤਾਂ ਹਰ ਕੋਈ ਮੇਰਾ ਦੁਸ਼ਮਣ ਸੀ। ਫਿਰ ਮੈਨੂੰ ਇੱਕਮਾਤਰ ਸਹਾਰਾ ਡਰਾਈਵਰ ਹੀ ਨਜ਼ਰ ਆਇਆ। ਉਸ ਨਾਲ ਵਿਆਹ ਕਰਾ ਕੇ ਘੱਟ ਤੋਂ ਘੱਟ ਮੇਰੀ ਇੱਜ਼ਤ ਤਾਂ ਸੁਰੱਖਿਅਤ ਰਹਿੰਦੀ ਨਾ। ਇਸ ਲਈ ਮੈਂ ਮਜਬੂਰੀ ਵਿੱਚ ਡਰਾਈਵਰ ਨੂੰ ਕਹਿ ਦਿੱਤਾ, ਜੇ ਤੂੰ ਸੱਚਾ ਏਂ ਤਾਂ ਮੈਨੂੰ ਇੱਥੋਂ ਆਜ਼ਾਦ ਕਰਵਾ ਦੇ, ਮੈਂ ਤੇਰੀ ਹੋ ਜਾਵਾਂਗੀ। ਪਰ ਆਂਟੀ, ਉਸ ਡਰਾਈਵਰ ਨੇ ਮੈਨੂੰ ਧੋਖਾ ਦੇ ਦਿੱਤਾ। ਉਹ ਮੈਨੂੰ ਤੁਹਾਡੇ ਦਰਵਾਜ਼ੇ ਦੇ ਸਾਹਮਣੇ ਹਮੇਸ਼ਾ ਲਈ ਛੱਡ ਕੇ ਚਲਾ ਗਿਆ ਹੈ। ਉਹ ਡਰ ਗਿਆ ਹੈ ਕਿ ਜੇ ਜ਼ਿਮੀਂਦਾਰ ਸਾਹਿਬ ਨੂੰ ਸਭ ਪਤਾ ਲੱਗ ਗਿਆ ਕਿ ਮੈਂ ਮਰੀ ਨਹੀਂ ਜਿੰਦਾ ਹਾਂ, ਤਾਂ ਉਹ ਉਸ ਨੂੰ ਮੌਤ ਦੇ ਘਾਟ ਉਤਾਰ ਦੇਣਗੇ। ਅੱਗੇ ਜੋ ਕੁਝ ਹੋਇਆ ਉਹ ਤੁਹਾਡੇ ਸਾਹਮਣੇ ਹੈ। ਰੇਖਾ ਮੈਨੂੰ ਇਹ ਸਭ ਦੱਸ ਕੇ ਰੋਣ ਲੱਗੀ। ਉਸ ਦੀਆਂ ਅੱਖਾਂ ਦਰਦ ਨਾਲ ਭਰੀਆਂ ਹੋਈਆਂ ਸੀ। ਉਹ ਬਸ ਮੈਨੂੰ ਇਹੀ ਦੱਸਣਾ ਚਾਹੁੰਦੀ ਸੀ, ਪਰ ਉਸ ਦੀ ਮੌਤ ਦਾ ਰਾਜ ਹੁਣ ਵੀ ਰਾਜ ਹੀ ਬਣਿਆ ਹੋਇਆ ਸੀ। ਪਰ ਉਸ ਸਮੇਂ ਮੈਂ ਉਸ ਗੱਲ ਨੂੰ ਹੋਰ ਖੁਰੇਦਣਾ ਚੰਗਾ ਨਹੀਂ ਸਮਝਿਆ। ਮੈਂ ਉਸ ਨੂੰ ਆਪਣੇ ਘਰ ਵਿੱਚ ਸਹਾਰਾ ਦੇ ਦਿੱਤਾ। ਉਹ ਮੇਰੀ ਬੇਟੀ ਬਣ ਗਈ ਸੀ। ਮੈਂ ਖੁਦ ਵੀ ਘਰ ਵਿੱਚ ਇਕੱਲੀ ਹੀ ਰਹਿੰਦੀ ਸੀ, ਇਸ ਲਈ ਸਾਰੇ ਘਰ ਦੇ ਕੰਮ ਮੈਨੂੰ ਆਪ ਹੀ ਕਰਨੇ ਪੈਂਦੇ ਸਨ।
ਪਰ ਜਦ ਤੋਂ ਰੇਖਾ ਘਰ ਵਿੱਚ ਆਈ ਸੀ ਉਸਨੇ ਸਾਰੇ ਘਰ ਨੂੰ ਸੰਭਾਲ ਲਿਆ ਸੀ। ਉਹ ਬਹੁਤ ਚੰਗੀ ਸੀ ਪਰ ਥੋੜ੍ਹੀ ਗੁੰਮਸੁੰਮ ਜਿਹੀ ਰਹਿੰਦੀ ਸੀ। ਜਦੋਂ ਉਹ ਕੋਈ ਕੰਮ ਕਰ ਰਹੀ ਹੁੰਦੀ ਤੇ ਮੈਂ ਉਸ ਕੋਲ ਚਲੇ ਜਾਂਦੀ ਤਾਂ ਉਹ ਇੱਕਦਮ ਹੜਬੜਾ ਜਾਂਦੀ ਸੀ। ਉਹ ਅਕਸਰ ਕਹਿੰਦੀ ਸੀ ਕਿ ਮੈਨੂੰ ਲੱਗਿਆ ਕਿ ਸ਼ਾਇਦ ਜ਼ਿਮੀਂਦਾਰਨੀ ਆ ਗਈ ਹੈ। ਉਸਦੇ ਹੱਥਾਂ 'ਤੇ ਜ਼ਿਮੀਂਦਾਰਨੀ ਦੇ ਅਤਿਆਚਾਰਾਂ ਦੇ ਨਿਸ਼ਾਨ ਵੀ ਸਨ। ਉਹ ਕੰਮ ਕਰਦੇ ਕਰਦੇ ਵੀ ਰੋਂਦੀ ਰਹਿੰਦੀ ਸੀ। ਅਜੇ ਤੱਕ ਰੇਖਾ ਨੂੰ ਇਹ ਨਹੀਂ ਪਤਾ ਸੀ ਕਿ ਮੈਂ ਚੋਰੀ ਛਿਪੇ ਕਿਸੇ ਦੇ ਸੰਪਰਕ ਵਿੱਚ ਹਾਂ। ਜੇ ਉਸਨੂੰ ਇਹ ਪਤਾ ਲੱਗ ਜਾਂਦਾ ਤਾਂ ਉਹ ਡਰ ਦੇ ਮਾਰੇ ਹੀ ਮਰ ਜਾਂਦੀ। ਮੈਂ ਉਸ ਆਦਮੀ ਨੂੰ ਦੱਸ ਦਿੱਤਾ ਸੀ ਕਿ ਰੇਖਾ ਜਿੰਦਾ ਹੈ। ਮੈਨੂੰ ਨਹੀਂ ਪਤਾ ਸੀ ਮੈਂ ਸਹੀ ਕੀਤਾ ਜਾਂ ਗਲਤ, ਪਰ ਉਸਦੇ ਮੌਤ ਦੇ ਡਰਾਮੇ ਵਿੱਚ ਮੈਨੂੰ ਉਸਦਾ ਸਾਥ ਦੇਣਾ ਠੀਕ ਨਹੀਂ ਲੱਗਿਆ। ਇੱਕ ਦਿਨ ਮੈਂ ਰੇਖਾ ਨੂੰ ਕਿਹਾ ਕਿ ਤੂੰ ਤਿਆਰ ਰਹੀਂ, ਤੈਨੂੰ ਕੋਈ ਮਿਲਣ ਆਉਣ ਵਾਲਾ ਹੈ। ਉਹ ਬਹੁਤ ਘਬਰਾ ਗਈ ਸੀ। ਉਹ ਮੇਰੇ ਪੈਰਾਂ ਵਿੱਚ ਡਿੱਗ ਕੇ ਰੋਣ ਲੱਗੀ ਤੇ ਕਹਿਣ ਲੱਗੀ ਕਿ ਆਂਟੀ, ਰੱਬ ਦੇ ਵਾਸਤੇ ਮੈਨੂੰ ਕਿਸੇ ਦੇ ਹਵਾਲੇ ਨਾ ਕਰਿਓ। ਮੈਂ ਤੁਹਾਡੀ ਨੌਕਰਾਣੀ ਬਣ ਕੇ ਰਹਾਂਗੀ ਤੇ ਜੀਵਨ ਭਰ ਤੁਹਾਡੀ ਸੇਵਾ ਕਰਾਂਗੀ, ਪਰ ਮੈਨੂੰ ਜ਼ਿਮੀਂਦਾਰਾਂ ਤੋਂ ਬਚਾ ਲਓ। ਮੇਰੇ ਨਾਲ ਤਾਂ ਮੇਰੇ ਮਾਂ-ਬਾਪ ਨੇ ਵੀ ਬੁਰਾ ਹੀ ਕੀਤਾ ਹੈ। ਮੈਨੂੰ ਤਾਂ ਡਰਾਈਵਰ ਨੇ ਵੀ ਕਿਤੇ ਮੂੰਹ ਦਿਖਾਉਣ ਦੇ ਲਾਇਕ ਨਹੀਂ ਛੱਡਿਆ। ਹੁਣ ਤੁਸੀਂ ਮੈਨੂੰ ਕਿਤੇ ਫਿਰ ਤੋਂ ਮੌਤ ਦੇ ਹਵਾਲੇ ਨਾ ਕਰ ਦਿਓ। ਜੇ ਤੁਸੀਂ ਮੈਨੂੰ ਜ਼ਿਮੀਂਦਾਰਾਂ ਦੇ ਹਵਾਲੇ ਕਰ ਦਿੱਤਾ ਤਾਂ ਉਹ ਮੈਨੂੰ ਮਾਰ ਦੇਣਗੇ। ਰੇਖਾ ਜ਼ੋਰ-ਜ਼ੋਰ ਦੀ ਰੋ ਰਹੀ ਸੀ। ਉਸੇ ਸਮੇਂ ਦਰਵਾਜ਼ੇ 'ਤੇ ਦਸਤਕ ਹੋਈ। ਉਹ ਬਹੁਤ ਡਰ ਗਈ ਸੀ। ਮੈਂ ਉਸਨੂੰ ਤਸੱਲੀ ਦਿੱਤੀ ਤੇ ਦਰਵਾਜ਼ਾ ਖੋਲ੍ਹਿਆ। ਸਾਹਮਣੇ ਖੜੇ ਲੜਕੇ ਨੂੰ ਦੇਖ ਕੇ ਰੇਖਾ ਨੇ ਮੈਨੂੰ ਗਲੇ ਲਗਾ ਲਿਆ ਤੇ ਫੁੱਟ-ਫੁੱਟ ਕੇ ਰੋਣ ਲੱਗੀ। ਸਾਹਮਣੇ ਰਾਹੁਲ ਖੜਾ ਸੀ, ਉਸਦੇ ਬਚਪਨ ਦਾ ਮੰਗੇਤਰ। ਰਾਹੁਲ ਦੀਆਂ ਅੱਖਾਂ ਵੀ ਹੰਝੂਆਂ ਨਾਲ ਭਰੀਆਂ ਹੋਈਆਂ ਸੀ ਤੇ ਉਹ ਰੋਂਦੇ ਹੋਏ ਬੋਲਿਆ, ਮੈਂ ਤੈਨੂੰ ਬਹੁਤ ਪਿਆਰ ਕੀਤਾ ਸੀ ਰੇਖਾ, ਤਾਂ ਹੀ ਭਗਵਾਨ ਨੇ ਅੱਜ ਮੈਨੂੰ ਤੇਰੇ ਨਾਲ ਮਿਲਾ ਦਿੱਤਾ ਹੈ। ਜਦ ਤੇਰੇ ਪਿਤਾ ਜੀ ਨੇ ਤੈਨੂੰ ਮੇਰੇ ਤੋਂ ਖੋਹ ਕੇ ਕਿਸੇ ਹੋਰ ਨੂੰ ਸੌਂਪ ਦਿੱਤਾ ਸੀ ਤਦ ਵੀ ਮੇਰੇ ਦਿਲ ਵਿੱਚ ਤੂੰ ਹੀ ਸੀ। ਫਿਰ ਜਦ ਤੇਰੀ ਮੌਤ ਦੀ ਖਬਰ ਮਿਲੀ ਤਾਂ ਵੀ ਮੈਨੂੰ ਯਕੀਨ ਨਹੀਂ ਹੋਇਆ ਸੀ। ਮੇਰਾ ਦਿਲ ਜਦ ਤੱਕ ਧੜਕਦਾ ਰਹੇਗਾ ਮੈਨੂੰ ਇਸ ਗੱਲ ਦਾ ਯਕੀਨ ਰਹੇਗਾ ਕਿ ਤੂੰ ਜਿੰਦਾ ਏਂ। ਰੇਖਾ ਅਜੇ ਵੀ ਰੋ ਰਹੀ ਸੀ। ਰਾਹੁਲ ਨੇ ਉਸ ਦੀ ਮੌਤ ਦੀ ਖਬਰ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗੀ ਕਿ ਜ਼ਿਮੀਂਦਾਰਨੀ ਮੈਨੂੰ ਆਪਣੇ ਬੇਟੇ ਦੀ ਮੌਤ ਦਾ ਜ਼ਿੰਮੇਦਾਰ ਸਮਝਦੀ ਸੀ। ਉਹ ਮੇਰਾ ਜੀਣਾ ਹਰਾਮ ਕਰ ਦੇਣਾ ਚਾਹੁੰਦੀ ਸੀ। ਡਰਾਈਵਰ ਜੋ ਕਿ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ, ਉਸਨੇ ਇੱਕ ਪਲਾਨ ਬਣਾਇਆ। ਉਸੀ ਪਲਾਨ ਦੇ ਤਹਿਤ ਉਸਨੇ ਮੈਨੂੰ ਨੀਂਦ ਦੀਆਂ ਗੋਲੀਆਂ ਦੇ ਦਿੱਤੀਆਂ। ਜਦ ਮੈਂ ਬੇਹੋਸ਼ ਹੋ ਗਈ ਤਾਂ ਉਸਨੇ ਘਰ ਵਿੱਚ ਰੌਲਾ ਪਾ ਦਿੱਤਾ ਕਿ ਰੇਖਾ ਮੇਮ ਸਾਹਿਬ ਨੇ ਖੁਦਕੁਸ਼ੀ ਕਰ ਲਈ ਹੈ। ਪੂਰੀ ਹਵੇਲੀ ਹਿੱਲ ਗਈ ਸੀ। ਜ਼ਿਮੀਂਦਾਰਨੀ ਕਿਸੇ ਹਾਲ ਵਿੱਚ ਨਹੀਂ ਚਾਹੁੰਦੀ ਸੀ ਕਿ ਮੈਂ ਮਰਾਂ, ਇਸ ਲਈ ਉਸਨੇ ਮੈਨੂੰ ਹਸਪਤਾਲ ਭਿਜਵਾ ਦਿੱਤਾ। ਡਰਾਈਵਰ ਨੇ ਆਪਣੇ ਇੱਕ ਦੋਸਤ ਡਾਕਟਰ ਨਾਲ ਪਹਿਲਾਂ ਹੀ ਗੱਲ ਕਰ ਲਈ ਸੀ, ਇਸ ਲਈ ਉਸਨੇ ਜ਼ਿਮੀਂਦਾਰ ਸਾਹਿਬ ਨੂੰ ਦੱਸਿਆ ਸੀ ਕਿ ਰੇਖਾ ਦੀ ਮੌਤ ਹੋ ਗਈ ਹੈ ਤੇ ਇਹ ਖੁਦਕੁਸ਼ੀ ਦਾ ਮਾਮਲਾ ਪੁਲਿਸ ਕੇਸ ਹੁੰਦਾ ਹੈ ਤੇ ਤੁਸੀਂ ਮੰਨੇ ਪਰਮੰਨੇ ਲੋਕ ਹੋ। ਤੁਹਾਡੀ ਲੋਕਾਂ ਵਿੱਚ ਬੜੀ ਇੱਜ਼ਤ ਹੈ, ਇਸ ਲਈ ਤੁਹਾਨੂੰ ਇੱਥੋਂ ਚਲੇ ਜਾਣਾ ਚਾਹੀਦਾ ਹੈ। ਇਸ ਲਾਸ਼ ਨੂੰ ਅਸੀਂ ਲਾਵਾਰਿਸ ਕਹਿ ਦੇਵਾਂਗੇ ਤੇ ਖੁਦ ਹੀ ਇਸ ਦਾ ਅੰਤਿਮ ਸੰਸਕਾਰ ਕਰ ਦੇਵਾਂਗੇ। ਜ਼ਿਮੀਂਦਾਰ ਸਾਹਿਬ ਨੇ ਉਸ ਦੀ ਗੱਲ ਮੰਨ ਲਈ ਤੇ ਉਹ ਮੇਰੇ ਤੋਂ ਜਾਨ ਛੁਡਾ ਕੇ ਚਲੇ ਗਏ। ਆਂਟੀ, ਡਰਾਈਵਰ ਨੇ ਤੁਹਾਨੂੰ ਝੂਠ ਬੋਲਿਆ ਸੀ। ਉਹ ਮੇਰਾ ਪਤੀ ਨਹੀਂ ਸੀ ਤੇ ਨਾ ਹੀ ਅਸੀਂ ਘਰ ਤੋਂ ਭੱਜ ਕੇ ਵਿਆਹ ਕਰਵਾਇਆ ਸੀ। ਉਹ ਤਾਂ ਬਸ ਤੁਹਾਡੀ ਹਮਦਰਦੀ ਚਾਹੁੰਦਾ ਸੀ। ਡਾਕਟਰ ਨਾਲ ਤਾਂ ਉਸਨੇ ਪਹਿਲਾਂ ਹੀ ਗੱਲ ਕਰ ਲਈ ਸੀ। ਇਸ ਤਰ੍ਹਾਂ ਉਹ ਮੈਨੂੰ ਇੱਕ ਕਿਰਾਏ ਦੇ ਮਕਾਨ ਵਿੱਚ ਛੱਡ ਕੇ ਚਲਾ ਗਿਆ ਸੀ। ਪਰ ਉਹ ਹਰ ਰੋਜ਼ 10 ਕੁ ਮਿੰਟ ਹੀ ਮੇਰੇ ਕੋਲ ਆ ਕੇ ਮੈਨੂੰ ਹਾਲ ਚਾਲ ਪੁੱਛ ਕੇ ਚਲਾ ਜਾਂਦਾ ਸੀ। ਉਹ ਮੇਰੇ ਨਾਲ ਵਿਆਹ ਕਰਾਉਣ ਦਾ ਵਾਅਦਾ ਪੂਰਾ ਨਾ ਕਰ ਸਕਿਆ ਤੇ ਮੈਨੂੰ ਤੁਹਾਡੇ ਘਰ ਛੱਡ ਕੇ ਭੱਜ ਗਿਆ। ਰਾਹੁਲ ਰੇਖਾ ਦੀਆਂ ਗੱਲਾਂ ਸੁਣ ਕੇ ਉਸ ਨੂੰ ਤਸੱਲੀ ਦੇਣ ਲੱਗਿਆ। ਫਿਰ ਉਹ ਮੇਰੇ ਸਾਹਮਣੇ ਆ ਕੇ ਖੜਾ ਹੋ ਗਿਆ ਤੇ ਕਹਿਣ ਲੱਗਿਆ ਕਿ ਆਂਟੀ, ਕੀ ਤੁਸੀਂ ਆਪਣੀ ਬੇਟੀ ਦਾ ਵਿਆਹ ਮੇਰੇ ਨਾਲ ਕਰਵਾਓਗੇ? ਮੈਂ ਮੁਸਕਰਾਈ ਤੇ ਕਿਹਾ ਕਿ ਹਾਂ ਰਾਹੁਲ ਬੇਟਾ, ਅੱਜ ਤੋਂ ਮੇਰੀ ਰੇਖਾ ਤੇਰੀ ਹੋਈ। ਫਿਰ ਮੈਂ ਉਹਨਾਂ ਦੋਨਾਂ ਦਾ ਵਿਆਹ ਕਰਵਾ ਦਿੱਤਾ ਤੇ ਉਹਨਾਂ ਦੋਨਾਂ ਨੂੰ ਮੈਂ ਆਪਣੇ ਘਰ ਵਿੱਚ ਹੀ ਸਹਾਰਾ ਦਿੱਤਾ ਸੀ। ਰਾਹੁਲ ਰੇਖਾ ਨੂੰ ਆਪਣੇ ਨਾਲ ਨਹੀਂ ਲੈ ਕੇ ਜਾ ਸਕਦਾ ਸੀ ਕਿਉਂਕਿ ਉਸ ਦੀ ਮੌਤ ਦੀ ਖਬਰ ਤਾਂ ਹਰ ਪਾਸੇ ਫੈਲ ਗਈ ਸੀ। ਇਸ ਤਰ੍ਹਾਂ ਭਗਵਾਨ ਨੇ ਮੈਨੂੰ ਮੇਰੇ ਬੁਢਾਪੇ ਵਿੱਚ ਇੱਕ ਬੇਟਾ ਤੇ ਬੇਟੀ ਦਾ ਸਾਥ ਦੇ ਦਿੱਤਾ ਸੀ। ਰੇਖਾ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਦੁੱਖ ਦੇਖੇ ਸਨ, ਪਰ ਹੁਣ ਉਹ ਰਾਹੁਲ ਦੇ ਨਾਲ ਖੁਸ਼ ਸੀ। ਉਸ ਨੂੰ ਦੇਖ ਕੇ ਮੈਂ ਵੀ ਖੁਸ਼ ਹੋ ਜਾਂਦੀ ਸੀ। ਸ਼ੁਕਰ ਹੈ ਰੱਬ ਦਾ, ਰੱਬ ਨੇ ਮੈਨੂੰ ਦੋ ਪ੍ਰੇਮੀਆਂ ਨੂੰ ਮਿਲਾਉਣ ਦਾ ਜ਼ਰੀਆ ਬਣਾਇਆ ਸੀ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਜੇ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ। ਧੰਨਵਾਦ ਜੀ।